ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਮੁੱਦਿਆਂ ਤੋਂ ਭਟਕਦੀ ਸਿਆਸਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਪੰਜਾਬ ਚੋਣਾਂ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ, ਉਸ ਦੇ ਨਾਲ ਨਾਲ ਸਾਰੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਵੱਡੇ ਵੱਡੇ ਵਾਅਦੇ ਤੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ, ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਮੁੱਦਿਆਂ ਤੇ ਜੁੜੀ ਸਿਆਸਤ ਕਰਨ ਤੇ ਹਰ ਸਿਆਸੀ ਲੀਡਰ ਨੂੰ ਸਵਾਲ ਪੁੱਛਣ ਦੀ ਇੱਕ ਨਵੀਂ ਸੋਚ ਤੇ ਉਤਸ਼ਾਹ ਦਿੱਤਾ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਜਿਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਬੇਅਦਬੀ ਦੀ ਘਟਨਾ ਹੋਵੇ, ਚਾਹੇ ਲੁਧਿਆਣਾ ਦੇ ਵਿੱਚ ਬੰਬ ਧਮਾਕਾ ਹੋਵੇ, ਇਹੋ ਜਿਹੀ ਘਟਨਾਵਾਂ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ 'ਤੇ ਬਹੁਤ ਅਸਰ ਪਾ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਹੋ ਜਿਹੀ ਘਟਨਾਵਾਂ ਪੰਜਾਬ ਦੇ ਵਿੱਚ ਜਿਹੜੀਆਂ ਮੁੱਦਿਆਂ ਦੀ ਸਿਆਸਤ ਹੈ ਉਸ ਤੋਂ ਦੂਰ ਜਾਂਦੀ ਨਹੀਂ ਦਿਖ ਰਹੀ। ਬਿਲਕੁਲ, ਕਿਉਂਕਿ ਲੋਕਾਂ ਦੇ ਜਿਹੜੇ ਸਰੋਕਾਰ ਨੇ ਅਸਲ ਦੇ ਵਿੱਚ ਜਿਹੜੇ ਪੁਰਾਣੇ ਲਗਾਤਾਰ ਰਹੇ, ਉਹਨਾਂ ਦੇ ਰੁਜ਼ਗਾਰ ਦਾ ਕਿੱਡਾ ਵੱਡਾ ਮੁੱਦਾ ਜਾਂ ਪੁਰਾਣੇ ਜਿਹੜੇ ਵਾਅਦੇ ਕੀਤੇ ਸੀ ਪਾਰਟੀਆਂ ਨੇ, ਉਹ ਅਸਲ 'ਚ ਲੋਕਾਂ ਦੇ ਸਰੋਕਾਰ ਦੇ ਮੁੱਦੇ ਹੀ ਸੀਗੇ ਜੀ। ਚਾਹੇ ਘਰ ਘਰ ਰੁਜ਼ਗਾਰ ਦਾ ਵਾਅਦਾ ਸੀ, ਚਾਹੇ ਕਿਸਾਨੀ ਕਰਜ਼ਾ ਮਾਫ ਕਰਨ ਦਾ ਵਾਅਦਾ ਦੀ ਗੱਲਬਾਤ ਸੀ, ਉਹ ਚਾਹੇ ਮਤਲਬ ਵੱਖ-ਵੱਖ ਕਿਸਮ ਦੀ ਸਿੱਖਿਆ ਦਾ, ਸਿਹਤ ਦਾ ਜਾਂ ਜਿੰਨੇ ਵੀ ਹੋਰ ਵਾਅਦੇ ਕੀਤੇ ਗਏ, ਚਾਹੇ ਨਸ਼ੇ ਵਾਲਾਂ ਦਾ ਮਾਮਲਾ, ਚਾਹੇ ਬੇਅਦਬੀ ਦਾ ਮਾਮਲਾ, ਸਾਰੇ ਮਾਮਲੇ ਸੀ ਉਹ ਸਾਰੇ। ਪਰ ਪਿਛਲੇ ਦਿਨਾਂ ਤੋਂ ਕੁਝ ਘਟਨਾਵਾਂ ਵਾਪਰੀਆਂ ਨੇ, ਚਾਹੇ ਬੇਅਦਬੀ ਦੀ ਵਾਪਰੀ ਜਾਂ ਇਹ ਲੁਧਿਆਣਾ ਬੰਬ ਬਲਾਸਟ ਦੀ। ਇਹ ਇੱਕ ਇਹੋ ਜਿਹਾ ਨਜ਼ਰੀਆ ਪੇਸ਼ ਕਰਦੀ ਹੈ ਕਿ ਸਾਡਾ ਸਿਆਸਤਦਾਨ ਜਿਹੜਾ ਹੈ, ਉਹਦੇ 'ਚੋਂ ਇੱਕ ਵਰਗ ਜਿਹੜਾ ਇਹ ਮਹਿਸੂਸ ਕਰਦਾ ਵੀ ਲੋਕਾਂ ਨੇ ਵੋਟ ਉਹ ਤਾਂ ਨਹੀਂ ਦੇਣੀ ਜਾਂ ਜਵਾਬਦੇਹ ਹੋਣ ਦੀ ਵੀ ਲੋੜ ਨਹੀਂ, ਕੁਝ ਇਹੋ ਜਿਹਾ ਇਮੋਸ਼ਨਲ ਕਰੋ, ਜਜ਼ਬਾਤੀ ਕਰੋ, ਜਿਹਦੇ ਆਧਾਰ 'ਤੇ ਇੱਕ ਤਾਂ ਸਾਡੀਆਂ ਵੋਟਾਂ ਪੈਂਦੀਆਂ ਨੇ ਵੰਡ ਕੇ। ਜੀ। ਉਹਨਾਂ ਨੂੰ ਇਹ ਹੈ ਵੀ ਜਿਹੜੀ ਭਾਈਚਾਰਕ ਸਾਂਝ ਹੈ ਜਾਂ ਲੋਕਾਂ ਦਾ ਇਕੱਠ ਹੈ, ਇਹਨੂੰ ਕਿਵੇਂ ਬ੍ਰੇਕ ਕੀਤਾ ਜਾਵੇ, ਇਹਨੂੰ ਕਿਵੇਂ ਤੋੜਿਆ ਜਾਵੇ। ਜਦੋਂ ਟੁੱਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਤਾਕਤਵਰ ਸਿਆਸਤਦਾਨ ਨੇ, ਜਿਨ੍ਹਾਂ ਕੋਲ ਅਮਨ ਮੱਤਾ ਪੈਸਾ ਹੈ, ਜਿਨ੍ਹਾਂ ਕੋਲ ਮੀਡੀਆ ਦਾ ਪ੍ਰਚਾਰ ਦੇ ਸਾਧਨ ਵੀ ਜ਼ਿਆਦਾ ਨੇ, ਬੈਨੀਫਿਟ ਉਹਨਾਂ ਨੂੰ ਹੁੰਦਾ, ਦੂਜੇ ਨੂੰ ਤਾਂ ਹੁੰਦਾ ਨਹੀਂ ਉਸ ਮਾਮਲੇ ਦੇ ਵਿੱਚ। ਬਿਲਕੁਲ। ਹੁਣ ਇਹ ਦੋ ਹੀ ਘਟਨਾਵਾਂ ਲਗਾਤਾਰ ਜੁੜੀਆਂ ਨੇ ਆਪਸ ਦੇ ਵਿੱਚ। ਜੀ। ਘਟਨਾਵਾਂ ਇਸੇ ਤੇ, ਕਿਉਂਕਿ ਬੇਅਦਬੀ ਦਾ ਮੁੱਦਾ ਪੁਰਾਣਾ ਵੀ ਚੱਲ ਹੀ ਰਿਹਾ, 2015 ਵਾਲੇ ਉਹ ਵੀ ਧਰਨੇ 'ਤੇ ਬੈਠੇ ਨੇ ਹਜੇ। ਬਲਕਿ ਉਹ ਜਿਨ੍ਹਾਂ ਦੇ ਦੋ ਪਰਿਵਾਰ ਦੇ ਮੈਂਬਰ ਚਲੇ ਗਏ ਸੀ, ਉਹ ਤਾਂ ਰੁਜ਼ਗਾਰ ਲਈ ਵੀ, ਬਾਕੀ ਲਈ ਵੀ ਬੈਠੇ ਨੇ ਹਜੇ, ਬਾਕੀ ਇਨਸਾਫ ਤਾਂ ਬਾਅਦ ਦੀ ਗੱਲ ਹੈ। ਜੀ। ਤੇ ਹੁਣ ਵੀ ਫਿਰ ਇੱਕ ਗੱਲ ਹੋ ਜਾਏਗੀ ਕਿ ਇਹਦੇ ਪਿੱਛੇ ਸਾਜ਼ਿਸ਼ ਕਿਹਦੀ ਹੈ, ਕਿਉਂਕਿ ਬੇਅਦਬੀ ਹੁਣ ਜਾ ਕੇ ਦਰਬਾਰ ਸਾਹਿਬ ਚਲੇ ਜਾਣਾ, ਦਰਬਾਰ ਸਾਹਿਬ ਜਾ ਕੇ ਵੀ ਬੰਦਾ ਉੱਥੋਂ ਤੱਕ ਚਲਾ ਜਾਏ। ਔਰ ਇਹਦੇ ਪਿੱਛੇ ਜੇਕਰ ਪਹਿਲਾਂ ਵਾਲੀ ਬੇਅਦਬੀ ਦਾ ਕੋਈ ਸੱਚ ਲਿਆਉਂਦਾ ਜਾਂਦਾ ਸਾਹਮਣੇ, ਤਾਂ ਸ਼ਾਇਦ ਇੱਥੇ ਆਉਂਦੇ ਦੀ ਲੋੜ ਨਾ ਪੈਂਦੀ, ਇੱਥੇ ਤੱਕ ਨਾ ਵਾਪਰਦੀਆਂ। ਇਸੇ ਤਰ੍ਹਾਂ ਜਿਹੜਾ ਬੰਬ ਬਲਾਸਟ ਜਿਹੋ ਜਿਹਾ ਵੀ ਹੋਇਆ ਲੁਧਿਆਣੇ ਦੇ ਵਿੱਚ, ਜੇਕਰ ਜਿਹੜਾ 2017 ਦੀਆਂ ਚੋਣਾਂ ਤੋਂ ਐ ਨੇੜੇ ਜਾ ਕੇ ਹੋਇਆ ਸੀ ਮੌੜ ਬੰਬ ਬਲਾਸਟ, ਉਹਦੀ ਜਾਂਚ ਚਲਦੀ ਕਿੱਥੇ ਰੁਕ ਗਈ ਤੇ ਕੋਈ ਸਾਹਮਣੇ ਨਹੀਂ ਲਿਆਂਦੀ, ਉਹਦੇ ਪਿੱਛੇ ਸਾਜ਼ਿਸ਼ ਕੀ ਸੀ। ਇਹਦੇ ਤੋਂ ਲੋਕਾਂ ਨੂੰ ਇਹ ਨਜ਼ਰ ਆ ਰਿਹਾ ਕਿ ਸਾਜ਼ਿਸ਼ ਦੇ ਵਿੱਚ ਕੇਵਲ ਆਮ ਸਧਾਰਨ ਕੋਈ ਧਿਰ ਨਹੀਂ ਹੁੰਦੀ, ਉਹਦੇ 'ਚ ਇੱਕ ਬਹੁਤ ਵੱਡੇ ਪੱਧਰ ਦਾ ਇੱਕ ਡਿਜ਼ਾਈਨ, ਇੱਕ ਨੈਟਵਰਕ ਦਾ ਹਿੱਸਾ ਹੁੰਦਾ, ਜਿਸ 'ਚ ਸਟੇਟ ਅਤੇ ਏਜੰਸੀ 'ਚ ਮਿਲੀਆਂ ਗਿਲੀਆਂ ਦਿਖਾਈ ਦਿੰਦੀਆਂ ਨੇ। ਨਹੀਂ ਤਾਂ ਐਡੀ ਕਿੱਡੀ ਗੱਲ ਹੈ ਕਿ ਜੇਕਰ ਤੁਸੀਂ ਇਹ ਕਹੋ ਕਿ ਕਿਸੇ ਦੇ, ਇਹਦਾ ਮਤਲਬ ਪਹੁੰਚ ਹੀ ਨਹੀਂ ਸਕਦੇ, ਫਿਰ ਜੇ ਐਡਾ ਕ੍ਰਾਈਮ ਹੋ ਗਿਆ, ਲੋਕ ਉਹ 'ਚ ਮਿਲਣੋਂ ਉੱਥੇ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ, ਤਾਂ ਤੁਹਾਡੀਆਂ ਏਜੰਸੀਆਂ, ਤੁਹਾਡਾ ਤਾਕਤਵਰ ਦੇਸ਼, ਸਟੇਟ, ਜੇ ਉਹ ਪੁਲਿਸ, ਉਹ ਕਿੱਥੇ ਕੀ ਕਰ ਰਹੀ ਹੈ ਫਿਰ। ਜੀ। ਅੱਛਾ, ਇਹਦੇ 'ਤੇ ਫਿਰ ਕੀ ਹੁੰਦਾ ਕਿ ਇਹਦੇ 'ਤੇ ਹੀ ਲੀਡਰ ਬਿਆਨਬਾਜ਼ੀ ਦੇਣਾ ਸ਼ੁਰੂ ਕਰ ਦਿੰਦੇ ਨੇ। ਕੋਈ ਕਹਿੰਦਾ ਕਮਜ਼ੋਰ ਸਰਕਾਰ ਹੈ, ਮੈਂ ਮਜ਼ਬੂਤ ਸਰਕਾਰ ਦਿਆਂਗਾ, ਕੋਈ ਕਹਿੰਦਾ ਕਿਹੋ ਜਿਹੀ ਸਰਕਾਰ ਹੈ। ਉਹ ਫਿਰ ਜਿਹੜੇ ਦੂਜੇ ਮੁੱਦੇ ਨੇ ਜਾਂ ਲੋਕਾਂ ਦੇ ਪ੍ਰਤੀ ਜਵਾਬਦੇਹੀ ਦੇ ਜਿਹੜੇ ਕੁਐਸਚਨ ਆਉਂਦੇ ਨੇ ਕਿ ਮੇਰਾ ਇਹਦਾ ਕੀ ਕਰੇਗਾ, ਇਹਦਾ ਕੀ ਕਰੇਗਾ, ਉਹਦੇ 'ਚ ਨਾ ਉਹਦੇ ਲਈ ਟਾਈਮ ਬਚਦਾ, ਨਾ ਉਹਦੇ ਲਈ ਪ੍ਰਚਾਰ ਲਈ ਸਪੇਸ ਬਚਦੀ ਹੈ ਕਿਤੇ। ਜੀ। ਹੁਣ ਵੀ ਤੁਸੀਂ ਦੇਖੋ, ਆ ਪਿਛਲੇ ਦਿਨਾਂ ਤੋਂ ਲੁਧਿਆਣੇ ਤੋਂ, ਤੇ ਉੱਥੋਂ ਬਾਅਦ ਜਿਹੜੇ ਵੀ ਲੀਡਰਾਂ ਦਾ ਜਿੰਨੇ ਵੀ ਬਿਆਨ ਆ ਰਹੇ ਨੇ, ਉਹ ਬਿਆਨ ਇਸੇ ਤਰੀਕੇ ਦੇ ਆ ਰਹੇ ਨੇ। ਅਤੇ ਹੋਰ ਜਿਹੜੇ ਬਾਕੀ ਦੇ ਪਹਿਲਾਂ ਵਾਲੇ ਬਿਆਨ ਸੀ, ਖੇਤੀ ਦਾ ਮਾਡਲ, ਖੇਤੀ 'ਤੇ ਕੀ ਕਰਨਾ ਹੈ, ਰੁਜ਼ਗਾਰ ਦਾ ਸਵਾਲ ਹੈ, ਵਿਦੇਸ਼ ਜਾ ਰਹੇ ਨੇ ਬੰਦੇ, ਉਹਨਾਂ ਨੂੰ ਕਿਵੇਂ ਰੋਕਣਾ, ਕੀ ਕਰਨਾ ਹੈ, ਪੰਜਾਬ ਦੇ ਵਾਤਾਵਰਨ ਦਾ ਸਵਾਲ ਹੈ, ਇਹ ਸਾਰੇ ਮੁੱਦੇ ਤਾਂ ਗਾਇਬ ਹੋ ਰਹੇ ਨੇ, ਬਿਲਕੁਲ ਚਰਚਾ 'ਚੋਂ ਗਾਇਬ ਹੋ ਰਹੇ ਨੇ। ਜੀ। ਇਸ ਸਾਰੇ ਮਾਮਲੇ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਜਿਹੜੇ ਸਿਆਸਤਦਾਨ ਲੋਕਾਂ ਨੂੰ ਟੁੱਟੇ ਹੋਏ ਨੇ, ਲੋਕਾਂ ਨਾਲ ਵਾਹ ਵਾਸਤਾ 'ਚ ਨਹੀਂ ਹੈ, ਜਾਂ ਭਵਿੱਖ ਦੇ ਐਂਗਲ ਤੋਂ ਸਿਆਸਤ ਨਹੀਂ ਕਰਨਾ ਚਾਹੁੰਦੇ, ਉਹ ਸਾਰੇ ਸਿਆਸਤਦਾਨ ਕੇਵਲ ਇਸ ਏਜੰਡੇ ਨੂੰ ਜਿੰਦਾ ਰੱਖਣ ਦੇ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਨੇ। ਔਰ ਅੱਜ ਦੇ ਦਿਨ ਵੀ ਕਿੰਨੇ ਹੀ ਲੋਕ ਆਏ ਹੋਏ ਨੇ, ਅਰਵਿੰਦ ਕੇਜਰੀਵਾਲ ਆਏ ਨੇ, ਚੀਫ ਮਿਨਿਸਟਰ ਨੇ ਆਪਣੇ ਚਰਨਜੀਤ ਚੰਨੀ ਨੇ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕੀਤੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਵੀ ਕਾਨਫਰੰਸਾਂ ਕਰ ਰਿਹਾ। 3 ਜਨਵਰੀ ਨੂੰ ਉਹਨੇ ਵੱਡਾ ਇੱਕ ਪੰਥਕ ਇਕੱਠ ਦੀ ਕਹਿੰਦੇ
ਲਾਣਿਆ ਹੋਇਆ ਜਿਹੜੀ ਵੀ ਚੀਜ਼ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਜਗ੍ਹਾ ਨੇ। ਬੀਜੇਪੀ ਉਹ ਅਜੇ ਚੱਲ ਰਿਹਾ ਜੁਮਲਾ, ਹਜੇ ਪਤਾ ਨਹੀਂ ਪ੍ਰੈਕਟਿਸ ਹੈ ਕਿ ਨਹੀਂ, ਪ੍ਰਧਾਨ ਮੰਤਰੀ ਆ ਰਹੇ ਨੇ ਜੀ, ਉਹ ਐਲਾਨ ਕਰਨਗੇ ਜਾਂ ਜੋ ਵੀ ਹੋਣਗੇ। ਇਹ ਜਿਹੜੇ ਸਾਰੇ ਤੌਰ ਤਰੀਕੇ ਨੇ, ਇਹ ਸਾਰੇ ਤੌਰ ਤਰੀਕਿਆਂ ਦੇ ਵਿੱਚ ਇਹ ਹੈ ਕਿ ਅੱਜ ਕੇਜਰੀਵਾਲ ਕਹਿੰਦਾ ਅਸੀਂ ਮਜ਼ਬੂਤ ਸਰਕਾਰ ਦਿਆਂਗੇ, ਚੰਗੀ ਸਰਕਾਰ ਦਿਆਂਗੇ, ਬਿਹਤਰ ਉਹ ਇਹ ਕਹਿ ਰਿਹਾ। ਚੰਨੀ ਕਹਿ ਰਿਹਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਸਰਕਾਰ ਨੂੰ ਸਾਰਾ ਪਤਾ ਹੈ ਤੇ ਅਸੀਂ ਐਂ ਕਰਾਂਗੇ। ਉਹ ਸਾਰੇ ਇੱਕ ਦੂਜੇ ਤੋਂ ਅੱਗੇ ਇਸ ਲੈਵਲ 'ਤੇ ਨਿਕਲਣ ਦੀ ਤਿਆਰੀ ਦੇ ਵਿੱਚ ਨੇ, ਜਦ ਕਿ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਲੋਕਾਂ ਦੇ ਬਾਕੀ ਦੇ ਮਾਮਲਿਆਂ ਦੇ ਵਿੱਚ ਕੁਝ ਹੈ ਜਾਂ ਨਹੀਂ ਹੈ। ਬਿਲਕੁਲ, ਕੋਈ ਜ਼ਿੰਦਗੀ ਸੁਧਾਰਨ ਦੇ ਲਈ ਤੁਹਾਡੇ ਕੋਲ ਕੀ ਹੈ। ਤੇ ਤੁਸੀਂ ਮਜ਼ਬੂਤ ਸਰਕਾਰ, ਤਾਂ ਮੋਦੀ ਸਰਕਾਰ ਵੀ ਆਪਣੇ ਆਪ ਨੂੰ ਇਹੀ ਕਹਿੰਦੀ ਸੀ 56 ਇੰਚ ਦੀ ਛਾਤੀ ਹੈ, ਪਰ ਜੇ ਭੁੱਖਮਰੀ ਵਧਣੀ ਹੈ, ਗਰੀਬੀ ਵਧਣੀ ਹੈ, ਕਿਸਾਨ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਵਧਣੀਆਂ ਨੇ, ਬੇਰੁਜ਼ਗਾਰੀ ਵਧਣੀ ਹੈ, ਲੋਕਾਂ ਦੀ ਜ਼ਿੰਦਗੀ ਖਰਾਬ ਹੋਣੀ ਹੈ, ਵਪਾਰ ਠੱਪ ਹੋ ਜਾਣਾ ਹੈ ਤੇ ਉਦਯੋਗ ਲੱਗਣੇ ਨਹੀਂ ਹੈ, ਤਾਂ ਫਿਰ ਕਿਵੇਂ ਮਜ਼ਬੂਤ ਸਰਕਾਰ ਹੋਈ? ਸਰਕਾਰ ਦੀ ਮਜ਼ਬੂਤੀ ਕਾਹਦੇ 'ਚ ਹੈ? ਬਿਲਕੁਲ, ਪੁਲਿਸ ਦੇ ਡੰਡੇ 'ਚ ਹੈ ਜਾਂ ਸਰਕਾਰ ਦੀ ਮਜ਼ਬੂਤੀ ਲੋਕਾਂ ਨੂੰ ਖੁਸ਼ਹਾਲ ਬਣਾਉਣ 'ਚ ਹੈ? ਇਹ ਇੱਕ ਵਰਤਾਂਤ ਦੀ ਜਿਹੜੀ ਚੱਲਣ ਦੀ ਲੋੜ ਹੈ। ਇੱਕ ਲੋਕਾਂ ਦੇ ਪੱਖ ਦਾ ਵਰਤਾਂਤ ਹੈ ਜਿਹੜੀ ਇਹ ਕਹਿੰਦੀ ਹੈ ਕਿ ਖੁਸ਼ਹਾਲ ਜ਼ਿੰਦਗੀ ਕਿਵੇਂ ਹੋਵੇ। ਦੂਜੀ ਇਸ ਲਈ ਹੈ, ਇਹੋ ਜਿਹੇ ਸਗੋਂ ਕੰਮ ਕਰਕੇ ਤਾਂ ਹਮੇਸ਼ਾ ਸਟੇਟ ਮਜ਼ਬੂਤ ਹੁੰਦੀ ਹੈ, ਸਿਕਿਉਰਿਟੀ ਸਿਸਟਮ ਮਜ਼ਬੂਤ ਹੁੰਦਾ ਹੈ, ਆਮ ਲੋਕਾਂ ਦੇ ਖਿਲਾਫ ਭੁਗਤਦਾ, ਉਹ ਬੜੀ ਵੱਡੀ ਗੱਲ ਸਿਸਟਮ। ਹਮੀਰ ਜੀ, ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਮੁੱਦਿਆਂ ਨੂੰ ਛੱਡ ਕੇ ਇੱਕ ਮਜ਼ਬੂਤ ਸਰਕਾਰ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਮਜ਼ਬੂਤ ਸਰਕਾਰ ਕਿਹੋ ਜਿਹੀ ਹੁੰਦੀ ਹੈ, ਜਾਂ ਲੋਕਾਂ ਨੂੰ ਕਿਹੋ ਜਿਹੀ ਸਰਕਾਰ ਚਾਹੀਦੀ ਹੈ ਵੀ ਕਿ ਜਿਹੜੀ ਲੋਕਾਂ ਦੇ ਭਵਿੱਖ ਨੂੰ ਲੈ ਕੇ ਕਿਸ ਤਰ੍ਹਾਂ ਫੈਸਲੇ ਲੈ ਸਕੇ। ਔਰ ਮਜ਼ਬੂਤ ਸਰਕਾਰਾਂ ਦਾ ਸਮਝ ਨਹੀਂ ਆਉਂਦਾ, ਜਿਵੇਂ ਅੱਜ ਚੀਫ ਮਿਨਿਸਟਰ ਨੇ ਕਿਹਾ ਕਿ ਅਸੀਂ ਲੁਧਿਆਣੇ ਵਾਲੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਵੀ ਮਦਦ ਲਵਾਂਗੇ ਇਨਵੈਸਟੀਗੇਸ਼ਨ ਕਰਨ ਦੇ ਵਿੱਚ। ਤੁਹਾਡੀ ਇਨਵੈਸਟੀਗੇਸ਼ਨ ਕਿੱਥੇ ਗਈ ਵੀ? ਤੁਹਾਡੀ ਪੁਲਿਸ ਕਿੱਥੇ ਗਈ ਜਿਹੜੀ ਪੁਲਿਸ ਇਹ ਦਾਅਵਾ ਕਰਦੀ ਹੈ ਅਸੀਂ ਤਾਂ ਖਾੜਕੂਬਾਦ ਨਾਲ ਵੀ ਲੜੇ, ਅਸੀਂ ਫਲਾਨਾ ਵੀ ਲੜੇ, ਦੁਨੀਆ ਦੀ ਬਿਹਤਰੀਨ ਪੁਲਿਸ। ਤੁਸੀਂ ਵੈਸੇ ਤਾਂ ਫੈਡਰਲ, ਜੇ ਤੁਸੀਂ ਕਹਿੰਦੇ ਹੋ ਕੇਂਦਰ ਸਾਡੇ 'ਚ ਦਖਲ ਦਿੰਦਾ ਹੈ BSF ਦੇ ਮਾਮਲੇ 'ਚ ਹੀ, ਬਾਕੀ ਤੁਸੀਂ ਮਾੜੀ ਜੀ ਗੱਲ ਜੇ ਸਟਾਰਟ ਨਹੀਂ ਹੁੰਦੀ ਜਦੋਂ ਕਹਿੰਦੇ ਹੋ ਕੇਂਦਰ ਤੋਂ ਜੀ ਮਦਦ ਲਵਾਂਗੇ। ਬਿਲਕੁਲ, ਕੀ ਤੁਸੀਂ ਹੱਥ ਖੜੇ ਕਰਤੇ ਨੇ? ਤੁਹਾਡੇ ਸਿਕਿਉਰਿਟੀ, ਤੁਹਾਡੀ ਇੰਟੈਲੀਜੈਂਸ ਨੇ, ਤੁਹਾਡੀ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਤੋ ਜੇ ਤਾਂ ਤੁਹਾਡੇ ਹੱਥ ਖੜੇ ਹੋ ਗਏ ਫਿਰ ਤਾਂ ਆਟੋਮੈਟਿਕਲੀ ਹੈ, ਫਿਰ ਉਹ ਸੈਂਟਰਲਾਈਜ਼ ਹੋ ਜਾਏਗਾ, ਫਿਰ ਤੋਂ ਆਪ ਹੀ ਕਰਨਗੇ ਜੀ। ਤੇ ਇਸ ਕਰਕੇ ਇਹ ਬਹੁਤ ਜਿਹੜੀ ਸ਼ਬਦਾਵਲੀ ਹੈ ਜਾਂ ਇਮੀਡੀਏਟ ਸਰੈਂਡਰ ਕਰਨ ਦੇਣ ਦੀ ਤਰੀਕਾ, ਇਹ ਮਜ਼ਬੂਤੀਆਂ ਨਹੀਂ ਹੁੰਦੀਆਂ ਕਿਸੇ ਵੀ ਪੱਖ ਤੋਂ ਜਾ ਕੇ। ਔਰ ਬਾਕੀ ਦੀਆਂ ਗੱਲਾਂ 'ਚ ਜਿਹੜੇ ਬਾਕੀ ਵੀ ਸੱਜਣ ਕਹਿੰਦੇ ਨੇ, ਚਾਹੇ ਕੇਜਰੀਵਾਲ, ਤੁਸੀਂ ਕਿਹੜੀਆਂ ਚੀਜ਼ਾਂ 'ਚ ਕਿਵੇਂ ਕਰੋਗੇ ਔਰ ਉਹਦਾ ਕੋਈ ਖਾਕਾ ਤਾਂ ਹੈ ਨਹੀਂ, ਮਜ਼ਬੂਤੀ ਕੀ ਹੁੰਦੀ ਹੈ। ਤਾਂ ਫਿਰ ਕੇਜਰੀਵਾਲ ਨੂੰ ਲੋਕ ਦੂਜੋਂ ਮੂਹਰੇ ਘੇਰਦੇ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਇਹ ਦੂਜੇ ਨੇ, ਮਤਲਬ ਕਾਂਗਰਸ ਹੈ। ਉਹ ਕਹਿੰਦੇ ਨੇ ਕੇਜਰੀਵਾਲ ਦੀ ਮਜ਼ਬੂਤੀ ਦੇਖ ਲਓ ਜੀ, ਬਿਕਰਮ ਮਜੀਠੀਆ 'ਤੇ ਉਹਨੇ ਇਲਜ਼ਾਮ ਲਾਏ ਸੀ, ਉਦੋਂ ਬਾਅਦ ਉਹ ਚਿੱਠੀ ਲਗਾਤਾਰ ਦਿਖਾਈ ਜਾਂਦੇ ਨੇ, ਮਾਫੀ ਵਾਲੀ ਚਿੱਠੀ ਹੈ ਜੀ ਮਜ਼ਬੂਤ ਆਦਮੀ ਦੀ, ਕਿ ਇੱਕ ਬੋਲ ਰਿਹਾ ਹੈ, ਬੋਲ ਕੇ ਜਦ ਥੋੜ੍ਹਾ ਜਿਹਾ 2-4 ਪੇਸੀਆਂ ਪੈਂਦੀਆਂ ਨੇ, ਉਦੋਂ ਬਾਅਦ ਕਹਿੰਦੇ ਚੱਲ ਮਾਫੀ ਮੰਗ ਲਓ। ਅਤੇ ਜੇ ਉਸੇ ਮੁੱਦੇ 'ਤੇ ਤੁਸੀਂ ਮਾਫੀ ਮੰਗਦੇ ਹੋ, ਉਹੀ ਮੁੱਦਾ ਕਹਿੰਦੇ ਖਤਮ ਕਰੋਗੇ। ਇਹਦਾ ਰੈਲੇਵੈਂਟ ਜਵਾਬ ਨਹੀਂ ਕੇਜਰੀਵਾਲ ਕੋਲ ਹਜੇ ਕੋਈ ਹੈ। ਇਹਦਾ ਪ੍ਰਸੰਗਕ ਕੋਈ ਜਵਾਬ ਦੇ ਕੇ ਜਾਏ ਕਿ ਆਹ ਜਵਾਬ ਹੈ ਮੇਰਾ ਇਹਦੇ 'ਤੇ। ਅਤੇ ਪਹਿਲਾਂ ਤਾਂ ਹਾਲਾਂਕਿ ਇਸੇ ਗੱਲ ਕਰਕੇ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਸੀ, ਇਸੇ ਗੱਲ ਕਰਕੇ ਗਈਆਂ, ਉਹ ਵਿੱਚ ਵਿਚਾਲਾ ਜਿਹਾ ਹੋ ਗਿਆ, ਮਿਲਗੋਭਾ ਜਿਹਾ, ਪਤਾ ਨਹੀਂ ਕੀ ਹੈ। ਨਾ ਜਵਾਬ ਭਗਵੰਤ ਮਾਨ ਨੂੰ ਉਹਦਾ ਪੂਰਾ ਆਉਂਦਾ, ਨਾ ਕੇਜਰੀਵਾਲ ਨੂੰ ਪੂਰਾ ਆਉਂਦਾ, ਜਿਹੜੀ ਇੱਕ ਹੋ ਗਈ। ਜਾਂ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਤੋਂ ਉਦੋਂ ਗਲਤੀ ਹੋ ਗਈ, ਅਸੀਂ ਹੁਣ ਦੁਬਾਰਾ ਕੁਛ ਕਰਾਂਗੇ। ਬਾਰ-ਬਾਰ ਥੋੜ੍ਹੀ ਤੁਸੀਂ ਇੱਕੋ ਗੱਲ ਨੂੰ ਭੁਨਾ ਸਕਦੇ ਹੋ ਕਿਸੇ ਵੀ ਰੂਪ ਦੇ ਵਿੱਚ। ਇਹਦੇ ਕਰਕੇ ਮਜ਼ਬੂਤ ਸਰਕਾਰ ਦਾ ਜਿਹੜਾ ਸਲੋਗਨ ਵੀ ਹੈ, ਇਹ ਹਵਾ ਹਵਾਈ ਸਲੋਗਨ ਹੁੰਦਾ। ਮਜ਼ਬੂਤੀ ਹਮੇਸ਼ਾ ਲੋਕਾਂ ਦੇ ਇਕੱਠ, ਲੋਕਾਂ ਦੀ ਚਾਹਤ, ਲੋਕਾਂ ਦੀ ਸਟੇਟ ਦੇ ਪ੍ਰਤੀ ਸਮਰਪਣ, ਆਪਣੇ ਧਰਤੀ, ਆਪਣੇ ਵਿਰਸੇ ਨਾਲ ਜੁੜਾਵ, ਉਹਦੇ 'ਚੋਂ ਆਉਂਦਾ ਹੁੰਦਾ ਜੀ। ਜੇ ਬੰਦੇ ਉਹਦੇ 'ਚੋਂ ਤੁਸੀਂ ਕਿਰਦੇ ਜਾ ਰਹੇ ਨੇ, ਬੰਦਿਆਂ ਨੂੰ ਉਮੀਦ ਨਹੀਂ ਬੱਝ ਰਹੀ, ਤਾਂ ਮਜ਼ਬੂਤੀ ਕਾਹਦੇ 'ਚ ਆ ਜਾਏਗੀ ਤੁਹਾਡੀ? ਤੁਸੀਂ ਫੜ ਕੇ 4 ਲੋਕਾਂ ਨੂੰ ਹੋਰ ਅੰਦਰ ਬੰਦ ਕਰ ਸਕਦੇ ਹੋ। ਇਹ ਮਜ਼ਬੂਤੀਆਂ ਨਹੀਂ ਹੁੰਦੀਆਂ। ਮਜ਼ਬੂਤੀਆਂ ਮਤਲਬ ਲੋਕਾਂ ਦੇ ਅਹਿਸਾਸ ਨਾਲ ਜੁੜੀਆਂ ਹੁੰਦੀਆਂ ਨੇ। ਮਜ਼ਬੂਤੀਆਂ ਇਕੱਲੀਆਂ ਸਿਕਿਉਰਿਟੀ ਫੋਰਸਿਸ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ। ਉਹ ਤਾਨਾਸ਼ਾਹ ਸਰਕਾਰ ਦਾ ਰੂਟ ਹੁੰਦਾ, ਪੁਲਿਸ ਰਾਜ ਦਾ ਰੂਟ ਹੁੰਦਾ, ਜਿਹੜੀਆਂ ਗੱਲਾਂ ਕਰਦੇ। ਹਾਲਾਂਕਿ ਉਹਨਾਂ ਨੇ ਵਿਆਖਿਆ ਤਾਂ ਮਜ਼ਬੂਤ ਸਰਕਾਰ ਦੀ ਵੀ ਕਦੇ ਨਹੀਂ ਕੀਤੀ ਕੀ ਹੁੰਦੀ ਹੈ ਜੀ। ਅਤੇ ਮਜ਼ਬੂਤ ਸਰਕਾਰ ਦਾ ਮਤਲਬ ਹੈ ਇਕੱਲਾ ਬੰਦਾ ਫੈਸਲੇ ਕਰੂ, ਜਿਵੇਂ ਮੋਦੀ ਕਰ ਰਿਹਾ। ਮਜ਼ਬੂਤ ਸਰਕਾਰ ਉਹਨਾਂ ਦੇ ਮੁਤਾਬਕ ਤਾਂ ਫਿਰ ਇਹ ਹੈ, ਬਿਲਕੁਲ ਲੋਕਾਂ ਦੀ ਸ਼ਮੂਲੀਅਤ ਵਾਲੀ ਗੱਲ ਨਹੀਂ ਹੈ। ਇਸੇ ਕਰਕੇ ਲੋਕਾਂ ਦੇ ਜਿਹੜੇ ਏਜੰਡੇ ਨੇ ਉਹ ਫੋਲੋ ਨਹੀਂ ਕਰਦੇ ਕਿ ਲੋਕਾਂ ਨੂੰ ਅਧਿਕਾਰ ਦੇਣ ਦਾ ਸਵਾਲ ਹੈ, ਚਾਹੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੇਣ ਦਾ, ਚਾਹੇ ਲੋਕਲ ਬਾਡੀ ਨੂੰ ਦੇਣ ਦਾ, ਚਾਹੇ ਲੋਕਾਂ ਨੂੰ ਇੰਪਾਵਰ ਕਰਨ ਦਾ, ਚਾਹੇ ਫੈਡਰਲਿਜ਼ਮ ਦੇ ਕੁਐਸਚਨ ਨੇ। ਇਹਨਾਂ ਕੁਐਸਚਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਨੇ ਅਤੇ ਅਸੀਂ ਇਸੇ ਤਰੀਕੇ ਨਾਲ ਹੋਵਾਂਗੇ। ਜਿਹੜਾ ਕਿ ਐਂਟੀ ਪੀਪਲ ਹੈ, ਮਤਲਬ ਲੋਕ ਵਿਰੋਧੀ ਸਟਾਂਸ ਹੋ ਨਿਬੜਦੇ ਨੇ ਇਹ, ਜਿਹਦੇ 'ਤੇ ਸਾਡਾ ਰਾਜਨੀਤੀ ਹੁਣ ਫੋਕਸ ਹੋ ਰਹੀ ਹੈ ਜੀ। ਹਮੀਰ ਜੀ, ਜੇਕਰ ਗੱਲ ਕਰੀਏ ਕਿਸਾਨ ਅੰਦੋਲਨ ਦੀ, ਤਾਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਮੁੱਦਿਆਂ ਦੀ ਸਿਆਸਤ ਕਰਨ ਬਾਰੇ ਜਾਂ ਆਪਣੇ ਮੁੱਦੇ ਜਿਹੜੇ ਹੈਗੇ ਆ ਸਿਆਸੀ ਆਗੂਆਂ ਦੇ ਚੱਕਣ ਦਾ ਇੱਕ ਨਵਾਂ ਰਾਹ ਦਿਖਾਇਆ ਸੀ। ਅਤੇ ਮੋਰਚੇ ਤੋਂ ਬਾਅਦ ਲਗਾਤਾਰ ਪੰਜਾਬੀਆਂ ਦੀ ਨਜ਼ਰਾਂ ਜਿਹੜੀਆਂ ਹੈ ਉਹ ਕਿਸਾਨ ਆਗੂਆਂ ਦੇ ਟਿਕੀਆਂ ਹੋਈਆਂ ਵੀ ਉਹ ਪੰਜਾਬ ਦੀ ਸਿਆਸਤ ਵਿੱਚ ਅੱਗੇ ਆਉਣ
ਤੇ ਕੁਝ ਨਵਾਂ ਕਰਨ। ਕੀ ਹੁਣ ਤੱਕ ਕਿਸਾਨ ਜਥੇਬੰਦੀਆਂ ਆਪਣਾ ਸਟੈਂਡ ਸਪਸ਼ਟ ਕਰ ਸਕੀਆਂ ਸਿਆਸਤ ਬਾਰੇ? ਕਿਸਾਨ ਜਥੇਬੰਦੀਆਂ ਦੀ ਦੇਖੋ ਇੱਕੋ ਮਤਲਬ ਸੇਮ ਬੈਕਗਰਾਉਂਡ ਨਹੀਂ ਹੈ, ਅਲੱਗ-ਅਲੱਗ ਬੈਕਗਰਾਉਂਡ ਹੈ। ਜੀ ਕੁਝ ਤਾਂ ਇਹੋ ਜਿਹੀਆਂ ਨੇ ਜਿਹੜੀਆਂ 2-4 ਨੇ ਪਹਿਲਾਂ ਤੋਂ ਹੀ ਕੀਤਾ ਵੀ ਸਾਡਾ ਤਾਂ ਚੋਣਾਂ ਨਾਲ ਕੋਈ ਸੰਬੰਧ ਨਹੀਂ, ਅਸੀਂ ਲੜਦੇ ਨਹੀਂ। ਉਹ ਤਾਂ ਕਹਿੰਦੇ ਸਾਡਾ ਅਸੀਂ ਸਭ ਤੋਂ ਕਲੀਅਰ ਹਾਂ ਜੀ। ਸਭ ਤੋਂ ਕਲੀਅਰ ਵਾਲੇ ਦਾ ਮਤਲਬ ਬੰਦਾ ਸੌਖਾ ਜਿਹਾ ਹੋ ਜਾਂਦਾ ਵੀ ਉਹਨੇ ਕਿਸੇ ਸੋਚਣਾ ਨਹੀਂ ਹੁੰਦਾ, ਉਦੋਂ ਬਾਅਦ ਫਿਰ ਹੈ ਨਾ, ਜੀ ਬਿਲਕੁਲ। ਸੋਚਣ ਦੀ ਲੋੜ ਨਹੀਂ ਪੈਂਦੀ। ਪਰ ਲੋਕਾਂ ਦੇ ਦਬਾਅ ਹੁੰਦੇ ਨੇ, ਲੋਕਾਂ ਦੇ ਸਰੋਕਾਰ ਹੁੰਦੇ ਨੇ, ਅਤੇ ਜੇ ਉਹਨੂੰ ਜਵਾਬ ਨਹੀਂ ਦਿੰਦੇ ਤੁਸੀਂ, ਨਾ ਸੋਚ ਕੇ ਤੁਸੀਂ ਬੈਠ ਜਾਂਦੇ ਹੋ ਇੱਕ ਟਾਈਪ ਦਾ, ਤਾਂ ਬੜਾ ਵੱਡਾ ਕੁਐਸਚਨ ਇਹ ਹੁੰਦਾ ਹੈ ਕਿ ਲੋਕ ਇਹ ਮਹਿਸੂਸ ਕਰਦੇ ਨੇ ਕਿ ਕੀ ਫਿਰ ਜਿਹੜੀਆਂ ਚੋਣਾਂ ਆਉਣਗੀਆਂ ਤੁਸੀਂ ਉਹਦੇ 'ਚ ਸਾਡੀ ਅਗਵਾਈ ਇਹਦਾ ਮਤਲਬ ਨਹੀਂ ਕਰ ਪਾ ਰਹੇ ਨਾ। ਜੀ ਉਸ ਪੀਰੀਅਡ ਦੇ ਵਾਸਤੇ ਤਾਂ ਲੋਕਾਂ ਨੇ ਆਪ ਹੀ ਆਪਣੇ ਫੈਸਲੇ ਕਰਨੇ ਨੇ। ਵੋਟਾਂ ਤਾਂ ਪਾਉਂਦੇ ਹੀ ਨਹੀਂ, ਉਹਨਾਂ ਦਾ ਕੇਡਰ ਵੀ ਪਾਉਂਦਾ, ਬਾਕੀ ਲੋਕ ਵੀ ਪਾਉਂਦੇ ਨੇ, ਕੁਝ ਗਿਣੇ ਚੁਣੇ ਨੂੰ ਛੱਡ ਕੇ। ਔਰ ਲੋਕ ਤਾਂ ਵੋਟ ਤੰਤਰ 'ਚ ਫੇਥ ਕਰ ਹੀ ਰਹੇ ਨੇ ਹਜੇ। ਖਾਸ ਤੌਰ 'ਤੇ ਜਿਹੜਾ ਕਿਸਾਨ, ਮਜ਼ਦੂਰ, ਗਰੀਬ ਤਬਕਾ, ਪੇਂਡੂ, ਉਹ ਤਾਂ 90% ਤੋਂ ਜ਼ਿਆਦਾ ਪੋਲਿੰਗ ਹੁੰਦੀ ਆ ਉੱਥੇ ਤਾਂ ਜਦੋਂ ਵੀ ਹੁੰਦਾ। ਹਾਂ, ਜੇ ਤੁਹਾਡੀ ਲੀਡਰਸ਼ਿਪ ਸੂਝਵਾਨ ਹੈ ਤਾਂ ਤੁਹਾਨੂੰ ਕੋਈ ਡਾਇਰੈਕਸ਼ਨ, ਕੋਈ ਕੋਸ਼ਿਸ਼, ਜਿੱਥੇ ਸੰਘਰਸ਼ ਦਿੰਦੇ ਹੋ ਤਾਂ ਉੱਥੇ ਵੀ ਤਾਂ ਮੁਕਾਬਲਤਨ ਕੋਈ ਗੱਲ ਕਰਨ ਦੀ ਲੋੜ ਪੈਂਦੀ ਹੈ। ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਕਿ ਹਾਂ ਲੜਨਾ ਚਾਹੀਦਾ, ਨਹੀਂ ਲੜਨਾ, ਔਰ ਜਿਹੜੀਆਂ ਦਾ ਅੰਦਾਜ਼ਾ ਇਹ ਸੀ ਕਿ 25 ਕੁ ਜਥੇਬੰਦੀਆਂ ਦੇ ਵਿੱਚ ਫੈਸਲਾ ਕਿ ਕੋਈ ਲੜਨਗੀਆਂ ਜਾਂ ਕੁਛ ਹੈ। ਦੇਖੋ ਉਹਨਾਂ ਜਥੇਬੰਦੀਆਂ ਦੇ ਵਿੱਚ ਵੀ ਅਜੇ ਪੂਰੀ ਸਹਿਮਤੀ ਕੋਈ ਨਹੀਂ ਹੈ। ਜਿਵੇਂ ਕਿਹਾ ਜਾ ਰਿਹਾ, ਅੱਜ ਵੀ ਮੀਟਿੰਗ ਹੋ ਰਹੀ ਹੈ, ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ, ਹਜੇ ਕੋਈ ਸਿਸਟਮ ਨਹੀਂ ਬਣ ਰਿਹਾ। ਅਜੇ ਓਪਨਲੀ ਐਲਾਨ ਕੇ ਕੁਝ ਨਹੀਂ ਹੋ ਰਿਹਾ ਕਿ ਕੋਈ ਉਹ ਫਰੰਟ ਬਣ ਗਿਆ ਜਾਂ ਬਣ ਰਿਹਾ ਹੈ ਜਾਂ ਕੀ ਕਰਨਗੀਆਂ। ਜੇ ਉਹ ਲੜਨਗੀਆਂ ਵੀ ਤਾਂ ਉਹਨਾਂ ਦਾ ਏਜੰਡਾ ਕੀ ਹੋਏਗਾ, ਕੀ ਉਹ ਇੰਡੀਪੈਂਡੈਂਟ ਲੜ ਲੈਣਗੀਆਂ ਜਾਂ ਉਹ ਕਿਸੇ ਪਾਰਟੀ ਨਾਲ ਸਮਝੌਤਾ ਕਰਕੇ ਲੜਨਗੀਆਂ। ਜੇ ਪਾਰਟੀ ਨਾਲ ਸਮਝੌਤਾ ਕਰਕੇ ਲੜਦੀਆਂ ਨੇ ਤਾਂ ਲੋਕਾਂ ਦਾ ਰਿਸਪੌਂਸ ਕੀ ਹੋਏਗਾ, ਜੇ ਇੰਡੀਪੈਂਡੈਂਟ ਲੜਦੀਆਂ ਨੇ ਤਾਂ ਕੀ। ਹਜੇ ਇੱਕ ਗੱਲ ਅਸੀਂ ਕਿਸਾਨੀ ਅੰਦੋਲਨ ਨੂੰ ਜਿੱਤਿਆ ਜੀ। ਇਸ ਕਿਸਾਨੀ ਅੰਦੋਲਨ ਨੇ ਲੋਕਾਂ ਦੇ ਅੰਦਰ ਇੱਕ ਬਹੁਤ ਹਾਂ ਪੱਖੀ ਮਾਹੌਲ ਸਿਰਜਿਆ। ਉਸ ਹਾਂ ਪੱਖੀ ਮਾਹੌਲ ਨੂੰ ਸਿਆਸੀ ਤਬਦੀਲੀ ਲਈ ਕਿਵੇਂ ਵਰਤਿਆ ਜਾਵੇ, ਇਹ ਇੱਕ ਬਹੁਤ ਵੱਡਾ ਸਵਾਲ ਸਾਰੇ ਪੰਜਾਬੀਆਂ ਦੇ ਸਾਹਮਣੇ ਹੈਗਾ ਜੀ। ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਨਾਲ ਇਹਦੇ ਕਿ ਉਹਨਾਂ 'ਚੋਂ ਕਿਹੜੀਆਂ ਜਥੇਬੰਦੀਆਂ ਲੜ ਰਹੀਆਂ ਨੇ, ਕਿਹੜਾ ਫਰੰਟ ਬਣੇਗਾ, ਇਹਦੋਂ ਬਾਹਰ ਵੀ ਸੋਚਣਾ ਪਊ। ਜਦੋਂ ਪੋਲੀਟਿਕਸ 'ਚ ਤੁਸੀਂ ਆਉਂਦੇ ਹੋ, ਉਹਨਾਂ ਸਾਹਮਣੇ ਦੋ ਬੜੇ ਵੱਡੇ ਏਜੰਡੇ ਨੇ। ਪਹਿਲੀ ਗੱਲ, ਕਿਸਾਨ ਜਥੇਬੰਦੀਆਂ ਦਾ ਏਕਾ ਜਿਹੜਾ 32 ਦਾ ਘੱਟੋ ਘੱਟ ਜਾਂ ਸੰਯੁਕਤ ਮੋਰਚੇ ਦਾ, ਉਹ ਕਿਵੇਂ ਬਣਿਆ ਰਹਿੰਦਾ। ਅਤੇ ਦੂਜੀ ਗੱਲ ਇਹ ਹੈ ਕਿ ਕੀ ਫਿਰ ਉਹਨਾਂ 'ਚੋਂ ਨਿਕਲ ਕੇ ਜਿਹੜੇ ਜਾਣਗੇ, ਜਿਹੜੇ ਲੜਨਗੇ, ਉਹ ਆਪੋ ਆਪਣੀ ਜਥੇਬੰਦੀਆਂ 'ਤੇ ਕਮਾਂਡ ਰੱਖਣਗੇ ਜਾਂ ਹੋਰ ਲੀਡਰਸ਼ਿਪ ਲਈ ਛੱਡੇ ਆਉਣਗੇ। ਜੀ ਬਿਲਕੁਲ। ਅਤੇ ਇਹਦੇ ਨਾਲ ਜੁੜੀ ਹੋਈ ਗੱਲ ਇਹ ਹੈ ਕਿ ਉਹ ਕਿਹੜੇ ਏਜੰਡੇ 'ਤੇ ਚੋਣ ਲੜਨਗੇ ਜੀ। ਕੀ ਉਹ ਵੀ ਇਹੀ ਦੇਖਣਗੇ ਕਿ ਹੁਣ ਪਾਪੂਲਰ ਆ ਅਤੇ ਸਾਨੂੰ ਵੋਟ ਪੈ ਜੇ ਬਿਨਾਂ ਉਸ ਏਜੰਡੇ ਚੋਣ ਲੜਨਗੇ ਤਾਂ ਉਹਨਾਂ ਦੇ ਨਾਲ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ ਬੰਦਿਆਂ ਦੇ ਤੌਰ 'ਤੇ ਨਾ। ਇਕੱਲੀ ਇੱਕ ਗੱਲ ਦੇ ਤੌਰ 'ਤੇ ਹੈ, ਜਿਹੜੇ ਕਈ ਲੋਕ ਕਹਿੰਦੇ ਨੇ ਚੰਗੇ ਬੰਦੇ ਆਉਣ, ਇਮਾਨਦਾਰ ਬੰਦੇ ਆਉਣ। ਚੰਗਾ ਅਤੇ ਇਮਾਨਦਾਰ ਬੰਦਾ ਹੋਵੇ ਮੰਨ ਲਓ, ਅਤੇ ਜੇ ਉਹਨੂੰ ਗੱਲ ਨਹੀਂ ਆਉਂਦੀ ਉਹਨੇ ਕਰਨਾ ਕੀ ਹੈ, ਉਸ ਪਾਸੇ ਵੱਲ ਕਦਮ ਕਿਹੜੇ ਉਠਾਉਣੇ ਨੇ। ਏਜੰਡੇ ਦਾ ਮਤਲਬ ਹੁੰਦਾ ਹੈ ਕਿ ਕਿੰਨੇ ਹੀ ਕਾਨੂੰਨ ਤਾਂ ਹੁਣ ਤੱਕ ਬਣੇ ਹੋਏ ਨੇ ਜਿਹੜੇ ਲਾਗੂ ਨਹੀਂ ਕਰ ਰਹੀਆਂ ਬਾਕੀ ਸਰਕਾਰਾਂ, ਅਸੀਂ ਉਹਨੂੰ ਲਾਗੂ ਕਰਾਂਗੇ ਠੀਕ ਤਰੀਕੇ ਦੇ ਨਾਲ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਾਨੂੰਨ ਬਦਲਣੇ ਪੈਣਗੇ ਅਤੇ ਉਹਨੂੰ ਅਸੀਂ ਬਦਲਣ ਦੀ ਕੋਸ਼ਿਸ਼ ਕਰਾਂਗੇ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਵੱਸ 'ਚ ਨਹੀਂ ਹੈ, ਕੇਂਦਰ ਨਾਲ ਗੱਲ ਕਰਨੀ ਪਊਗੀ, ਉਹਦੇ 'ਤੇ ਅਸੀਂ ਸਟੈਂਡ ਲਵਾਂਗੇ, ਇੱਕ ਦੇਸ਼ ਦੇ ਵਿੱਚ ਲੋਕ ਰਾਏ ਬਣਾਵਾਂਗੇ। ਉਹਦੀ ਕਲੀਅਰ ਕੱਟ ਇੱਕ ਤਰਤੀਬ ਦੀ ਲੋੜ ਹੈ ਕਿ ਉਹ ਏਜੰਡਾ ਕਿਹੜਾ ਹੋਵੇ। ਕੀ ਤੁਸੀਂ ਫੈਡਰਲਿਜ਼ਮ ਤੋਂ ਬਿਨਾਂ ਪੰਜਾਬ ਦੀ ਤਰੱਕੀ ਕਰਵਾ ਸਕਦੇ ਹੋ? ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਹੱਕ ਦੇ ਤੌਰ 'ਤੇ ਦਿਆਂਗਾ, ਮਤਲਬ ਇੱਕ ਤਾਂ ਕੇਜਰੀਵਾਲ ਜਾਂ ਸੁਖਬੀਰ ਜਾਂ ਬਾਕੀ ਕਰ ਰਹੇ ਨੇ ਜੀ, ਜਾਂ ਈਵਨ ਗੌਰਮੈਂਟ ਇੰਨੇ ਯੂਨਿਟ ਬਿਜਲੀ ਫਰੀ, ਇੰਨੇ ਯੂਨਿਟ ਬਿਜਲੀ ਫਰੀ, ਜਾਂ ਇੰਨੇ ਪੈਸੇ ਔਰਤਾਂ ਨੂੰ, ਜਾਂ ਇੰਨੇ ਪੈਸੇ ਫਲਾਣੇ ਨੂੰ। ਉਹਦੇ ਮੁਕਾਬਲੇ ਤੁਸੀਂ ਕੀ ਇਹ ਪੋਲੀਟਿਕਸ ਕਰੋਗੇ ਕਿ ਅਸੀਂ ਹੱਕ ਦੀ ਪੋਲੀਟਿਕਸ ਕਰਦੇ ਹਾਂ? ਹੱਕ ਦੀ ਪੋਲੀਟਿਕਸ ਦਾ ਮਤਲਬ ਇਹ ਹੈ ਕਿ ਜਿਹੜੇ ਮਨਰੇਗਾ ਦਾ 100 ਦਿਨ ਅਸੀਂ ਗਰੰਟੀ ਅਸੀਂ ਕਰਾਂਗੇ, ਚਾਹੇ ਕਾਨੂੰਨ ਆਲਰੇਡੀ ਬਣਿਆ ਹੋਇਆ, ਇਹ ਲਾਗੂ ਨਹੀਂ ਕਰਦੇ। ਮੈਂ ਇਹਨਾਂ ਨੇ ਲਾਗੂ ਕਿਉਂ ਨਹੀਂ ਕੀਤੀ, ਉਹਦੇ ਪਿੱਛੇ ਮੈਂ ਆਹ ਸਮਝ ਲਿਆ, ਮੈਂ ਲਾਗੂ ਇਸ ਤਰੀਕੇ ਨਾਲ ਕਰੂੰਗਾ। ਇਸੇ ਤਰੀਕੇ ਨਾਲ ਇਸ ਜਿਹੜੀਆਂ 73ਵੀਂ 74ਵੀਂ ਸੰਵਿਧਾਨਕ ਸੋਧਾਂ ਨੇ, ਉਹਨਾਂ ਨੂੰ ਮੈਂ ਲਾਗੂ ਇਸ ਤਰੀਕੇ ਨਾਲ ਕਰੂੰਗਾ। ਇਸ ਤਰੀਕੇ ਨਾਲ ਮਾਫੀਆ ਤੋੜਨ ਦਾ ਸਵਾਲ ਹੈ, ਮੈਂ ਇਸ ਤਰੀਕੇ ਨਾਲ ਤੋੜੂੰਗਾ। ਕੋਈ ਤਰੀਕਾ ਤੁਹਾਡੇ ਕੋਲ ਹੋਣਾ ਚਾਹੀਦਾ। ਇਹੀ ਸਿੱਖਿਆ ਦਾ ਸਵਾਲ ਹੈ। ਜੇ ਉਹਦਾ ਗ੍ਰਾਫਟ 'ਚ ਜਾਂ ਇੰਨੇ ਵੱਡੇ ਪਾੜੇ ਪੈ ਰਹੇ ਨੇ, ਉਹਨੂੰ ਨੇੜੇ ਕਿਵੇਂ ਲਿਆਓਗੇ ਤੁਸੀਂ? ਇਹ ਸਿਹਤ ਦਾ ਸਵਾਲ ਹੈ, ਇਸੇ ਲਈ ਵਾਤਾਵਰਨ ਦਾ ਕੁਐਸਚਨ ਹੈ। ਇਹ ਸਾਰੇ ਕੁਐਸਚਨ ਨੇ ਜਿਨ੍ਹਾਂ ਨੂੰ ਤੁਹਾਨੂੰ ਅਲੱਗ ਇੱਕ ਏਜੰਡਾ ਅਪਣਾਉਣ ਦੀ ਲੋੜ ਪਏਗੀ। ਔਰ ਉਹ ਏਜੰਡਾ ਕਿਸ ਰੂਪ ਦੇ ਵਿੱਚ ਤੁਸੀਂ ਲਿਆਉਂਦੇ ਹੋ, ਲੋਕਾਂ 'ਚ ਚੱਲਦੇ ਹੋ। ਹਾਂ, ਇੱਕ ਨਾਲ ਇਹ ਵੀ ਕਰਨਾ ਪਏਗਾ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਅਜੇ ਕਿਸਾਨੀ ਦੀਆਂ ਪ੍ਰਤੀਨਿਧ ਨੇ ਜੀ। ਵੋਟਾਂ ਕੇਵਲ ਕਿਸਾਨੀ ਨਹੀਂ ਪਾਉਂਦੀ। ਵੋਟਾਂ ਦੇ ਵਿੱਚ ਇਹ ਹੈ ਕਿ ਵੋਟਾਂ ਦੇ ਵਿੱਚ 117 ਸੀਟਾਂ ਨੇ ਜੀ, ਜਿਹਦੇ 'ਚੋਂ ਇੱਕ ਹਿੱਸਾ ਕਿਸਾਨੀ ਦਾ, ਪਰ 32% ਦਲਿਤ ਨੇ, ਜਿਸ 'ਚੋਂ 117 'ਚੋਂ 34 ਸੀਟਾਂ ਰਿਜ਼ਰਵ ਨੇ ਜੀ। ਉਹ ਰਿਜ਼ਰਵ ਸੀਟਾਂ ਦੇ ਜਿਹੜਾ ਇੱਕ ਸੈਕਸ਼ਨ ਹੈ ਸੋਸਾਇਟੀ ਦਾ ਬੜਾ ਵੱਡਾ,
ਉਹਨੂੰ ਕਿਵੇਂ ਨਾਲ ਲਾਉਂਦੇ ਹੋ, ਉਹਦੇ 'ਚੋਂ ਕਿਹੜੇ ਬੰਦੇ ਤੁਹਾਡੇ ਨਾਲ ਆਉਂਦੇ ਨੇ, ਕਿਵੇਂ ਏਜੰਡੇ ਦੀ ਸਹਿਮਤੀ ਬਣੇਗੀ, ਉਹ ਬਹੁਤ ਵੱਡਾ ਹੈ ਜੀ। ਤੇ ਫਿਰ ਇਹਦੇ ਨਾਲ ਲਗਭਗ 28-30 ਸੀਟਾਂ ਸ਼ਹਿਰੀ ਨੇ, ਜਿਹਦੇ 'ਚ ਵਪਾਰੀ ਹੈ, ਜਿਹਦੇ 'ਚ ਉਦਯੋਗਪਤੀ ਹੈ, ਜਿਹਦੇ 'ਚ ਬਾਕੀ ਹੋਰ ਲੋਕ ਅੱਜ ਕੱਲ੍ਹ ਮੁਲਾਜ਼ਮ ਵੀ ਬਥੇਰੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ। ਬਿਲਕੁਲ। ਤੇ ਉਹ ਸੈਕਸ਼ਨ ਦੇ ਵਿੱਚੋਂ ਵੀ ਕਿਵੇਂ ਲਿਆਉਂਦੇ ਹੋ? ਤੁਹਾਡੇ ਕੋਲ ਅੱਧ ਤੋਂ ਘੱਟ ਹੈ, ਅੱਧ ਤੋਂ ਵੱਧ ਨਹੀਂ ਹੈ। ਜੀ ਬਿਲਕੁਲ। ਜਦੋਂ ਤੁਸੀਂ ਪੋਲੀਟਿਕਸ 'ਚ ਐਂਟਰ ਕਰਨਾ ਚਾਹੁੰਦੇ ਹੋ ਇਲੈਕਟੋਰਲ ਵਿੱਚ, ਤਾਂ ਪਹਿਲਾਂ ਆਪਣਾ ਤਾਂ ਨਿਬੇੜੋ, ਫਿਰ ਉਹਨਾਂ ਨਾਲ ਚਰਚਾ ਕਰੋਗੇ। ਜਦੋਂ ਸਭ ਨਾਲ ਬੈਠ ਕੇ ਚਰਚਾ ਹੋਏਗੀ, ਫਿਰ ਉਹ ਇੱਕ ਕਲੈਕਟਿਵ ਏਜੰਡਾ ਬਣੂਗਾ, ਤੇ ਉਹ ਕਲੈਕਟਿਵ ਏਜੰਡੇ ਤੇ ਤੁਸੀਂ ਲੋਕਾਂ 'ਚ ਜਾਓਗੇ, ਫਿਰ ਹੀ ਲੋਕਾਂ ਨੂੰ ਭਰੋਸਾ ਵੱਜੂਗਾ ਕਿ ਤੁਸੀਂ ਆਹ ਕਰ ਸਕਦੇ ਹੋ। ਬਿਲਕੁਲ। ਜੇ ਉਹ ਅਜੇ ਤੁਸੀਂ ਆਪਣਾ ਫੈਸਲਾ ਲੈਣ 'ਚ ਦੇਰੀ ਕਰ ਰਹੇ ਹੋ, ਫਿਰ ਅਗਲੇ ਦੂਜੇ ਵਰਗਾਂ ਨਾਲ ਜਿਹੜੇ ਨੇ, ਚਾਹੇ ਉਹ ਦਲਿਤ ਭਾਈਚਾਰਾ ਹੈ, ਚਾਹੇ ਉਹ ਸ਼ਹਿਰੀ ਭਾਈਚਾਰਾ, ਉਹਦੇ ਨਾਲ ਬੈਠ ਕੇ ਗੱਲ ਕਰੋਗੇ। ਜੀ। ਫਿਰ ਇੱਕ ਰੋਡ ਮੈਪ ਆਪਣਾ ਦੇਖੋ ਵੀ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੜਾਂਗੇ ਉਹਦੇ ਤੇ। ਬਿਲਕੁਲ। ਜੇ ਤੁਸੀਂ ਇਹ ਬਣਾ ਲਿਆ ਕਿ ਅਸੀਂ ਤਾਂ 20-30-40 ਲੜ ਲਾਂਗੇ ਜੀ, ਬਾਕੀ ਛੱਡੋ, ਬਾਕੀ ਜਿਹਨੂੰ ਮਰਜ਼ੀ ਛੱਡ ਦਿਓ, ਲੋਕ ਮੇਰਾ ਖਿਆਲ ਹੈ ਜਿਹਨੂੰ ਮਰਜ਼ੀ ਛੱਡ ਦਿਓ ਦਾ ਮਤਲਬ ਇਹ ਕਿ ਤੁਸੀਂ ਇੱਕ ਪਾਰਟੀ ਨਾਲ ਜਾਓਗੇ, ਦੂਜੀ ਨਾਲ ਜਾਓਗੇ, ਤੀਜੀ ਨਾਲ ਜਾਓਗੇ, ਫਿਰ ਸ਼ਾਇਦ ਜਿਹੜੀ ਤਬਦੀਲੀ ਵਾਲੀ ਇੱਕ ਖਾਹਿਸ਼ ਹੁੰਦੀ ਹੈ ਜੀ, ਉਹ ਮੱਧਮ ਪੈਂਦੀ ਹੈ। ਉਹਦੇ ਨਾਲ ਇੱਕ ਕੋਸ਼ਿਸ਼ ਹੁੰਦੀ ਹੈ ਕਿ ਨਹੀਂ ਜੀ ਉਸ ਲੈਵਲ 'ਤੇ, ਕਿਉਂਕਿ ਸਰਕਾਰਾਂ ਦੇ ਵਿੱਚ ਇਹ ਬੜਾ ਜ਼ਰੂਰੀ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਸਰਕਾਰ ਬਣਾਉਣ ਤੱਕ ਪਹੁੰਚਦੇ ਹੋ ਤਾਂ ਤੁਹਾਡੀ ਜ਼ਿਆਦਾ ਹਵਾ ਬਣ ਜਾਂਦੀ ਹੈ। ਬਿਲਕੁਲ। ਜੇਕਰ ਨਹੀਂ ਪਹੁੰਚਦੇ, ਹਾਂ, ਨਹੀਂ ਤਾਂ ਫਿਰ ਇਹੀ ਹੁੰਦਾ ਕਿ ਜੇਕਰ ਤੁਸੀਂ ਇਹ ਪਹੁੰਚਦੇ ਹੋ, ਸਾਡੇ ਲੋਕਾਂ ਨੂੰ ਗਲਤ ਜਚਾਤੀ ਹੈ। ਹਾਲਾਂਕਿ ਜੇ ਤਾਂ ਸਾਡੇ ਕੇਡਰ ਨੂੰ ਲੋਕਾਂ ਨੂੰ ਇਹ ਜਚਾਇਆ ਹੋਵੇ ਕਿ ਜ਼ਰੂਰੀ ਨਹੀਂ ਸਰਕਾਰ 'ਚ ਆਉਣਾ ਜਾਂ ਸਰਕਾਰ ਤੋਂ ਬਾਹਰ ਰਹਿਣਾ, ਚੁਣਿਆ ਹੋਇਆ ਨੁਮਾਇੰਦਾ ਹੈ ਜਿਹੜਾ, ਉਹ ਇੰਪੋਰਟੈਂਟ ਹੁੰਦਾ ਹੈ। ਉਹ ਆਪਣੀ ਗੱਲ ਕਰੂਗਾ ਉੱਥੇ ਜਾ ਕੇ, ਜਾਂ ਜਿੰਨੀਆਂ ਵੀ ਵੋਟਾਂ ਨੇ। ਸਾਡੇ ਤਾਂ ਇਹ ਵੀ ਲੋਕ ਵੋਟ ਕਿਵੇਂ ਕਰਦੇ ਨੇ ਵੀ ਜਿੱਤਣ ਵਾਲੇ ਨੂੰ ਵੋਟ ਪਾਓ, ਜੇ ਹਾਰ ਗਿਆ ਤਾਂ ਵੋਟ ਖਰਾਬ ਹੋ ਜਾਂਦੀ ਹੈ। ਇਹਦੇ ਕਰਕੇ ਉਹ ਇਹ ਨਹੀਂ ਦੱਸਦੇ ਕਿ ਜੇ 10 ਲੱਖ ਵੋਟ ਕਿਸੇ ਇੱਕ ਪਾਸੇ ਪਏਗੀ ਤਾਂ ਉਹ ਜਿੱਤਣ ਹਾਰਨ ਦਾ ਸਵਾਲ ਨਹੀਂ, ਇਹਦਾ ਮਤਲਬ ਇਸ ਮੁੱਦੇ ਤੇ ਫਲਾਣੇ ਲੋਕਾਂ ਲਈ ਪਾਈ ਹੋਈ ਵੋਟ ਹੈ। ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਜਿੱਥੇ ਚੋਣ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ ਤੇ ਹੁੰਦੀ ਹੈ, ਉਨੇ ਨੁਮਾਇੰਦੇ ਤੁਹਾਡੇ ਸਿਸਟਮ 'ਚ ਚਲੇ ਜਾਂਦੇ ਨੇ। ਇਹ ਤਾਂ ਸਾਡੇ ਸਿਸਟਮ ਦੀ ਮਤਲਬ ਫਾਲਟ ਹੈਗਾ ਹੀ ਹੈ, ਨੁਕਸ ਹੈ ਸਿਸਟਮ 'ਚ, ਕਿ ਲੱਖਾਂ ਦੇ ਨੁਮਾਇੰਦੇ ਵੀ ਕਈ ਵਾਰ ਇੱਕ ਵੀ ਬੰਦਾ ਵਿਧਾਨ ਸਭਾ 'ਚ ਨਹੀਂ ਜਾਂਦਾ ਜਾਂ ਲੋਕ ਸਭਾ 'ਚ ਨਹੀਂ ਜਾਂਦਾ। ਬਿਲਕੁਲ। ਇਹਨਾਂ ਚੋਣ ਸੁਧਾਰਾਂ ਦੇ ਜਿਹੜੇ ਇਸ਼ੂ ਨੇ ਜਾਂ ਮੁੱਦੇ ਨੇ, ਉਹਦੇ ਨਾਲ ਵੀ ਅੰਗੇਜ ਕਰਨਾ ਪਏਗਾ। ਉਹਦੇ ਨਾਲ ਵੀ ਸਾਡੀਆਂ ਜਿਹੜੀਆਂ ਇਹ ਸੰਸਥਾਵਾਂ ਨੇ ਕਿਸਾਨੀ ਦੀਆਂ, ਉਹਨਾਂ ਨੂੰ ਜੂਝਣਾ ਪਏਗਾ। ਔਰ ਉਹ ਸਾਰੇ ਮਾਹੌਲ ਦੇ ਵਿੱਚ ਏਜੰਡਾ ਸੈਂਟਰਿਕ ਚੋਣ ਜਿਹੜੀ ਹੈ, ਜੇਕਰ ਉਹ ਨਹੀਂ ਬਣਦੀ ਤਾਂ ਬਾਕੀ ਦੀਆਂ ਜਿਹੜੀਆਂ ਚੋਣਾਂ ਨੇ ਫਿਰ ਉਹ ਆਮ ਦੀ ਤਰ੍ਹਾਂ ਹੀ ਜਿਵੇਂ ਪਹਿਲਾਂ ਹੁੰਦੀਆਂ ਨੇ ਉਸ ਤਰੀਕੇ ਦੇ ਨਾਲ ਰਹਿਣਗੀਆਂ। ਫਿਰ ਬਹੁਤਾ ਕੁਝ ਬਦਲਣ ਵਾਲਾ ਨਹੀਂ, ਕਿਉਂਕਿ ਏਜੰਡੇ ਤੋਂ ਬਿਨਾਂ ਲੋਕਾਂ 'ਚ ਜਾਗਰੂਕਤਾ ਨਹੀਂ ਆਉਂਦੀ। ਜਾਗਰੂਕ ਸ਼ਹਿਰੀ ਹੀ ਹਮੇਸ਼ਾ ਸਰਕਾਰਾਂ ਨੂੰ ਜਵਾਬਦੇਹ ਬਣਾਉਂਦਾ, ਔਰ ਉਹ ਦਾਅਵਾ ਕਰਦਾ ਕਿ ਤੂੰ ਐਂ ਕਹਿ ਕੇ ਗਿਆ ਸੀ, ਆਹ ਕਿਉਂ ਨਹੀਂ ਕੀਤਾ, ਆਹ ਕਹਿ ਕੇ ਗਿਆ ਸੀ, ਆਹ ਕਿਉਂ ਨਹੀਂ ਕੀਤਾ। ਔਰ ਜੇ ਉਹ ਏਜੰਡਾ ਚੋਣ ਮਨੋਰਥ ਪੱਤਰ ਦੇ ਵਿੱਚ ਇੱਕ ਵਾਅਦੇ ਕੀਤੇ ਸੀ ਨਹੀਂ ਪੂਰੇ ਹੋ ਰਹੇ, ਤਾਂ ਹੀ ਲੋਕ ਕਾਂਗਰਸ ਨੂੰ ਬਾਰ-ਬਾਰ ਸਵਾਲ ਕਰਦੇ ਨੇ ਨਾ ਕਿ ਕਿਉਂ ਨਹੀਂ ਕੀਤੇ, ਇਹ ਕਿਉਂ ਨਹੀਂ ਕੀਤੇ। ਤੇ ਇਸ ਲਈ ਏਜੰਡੇ ਤੇ ਏਜੰਡਾ ਖੜਾ ਕਰਨਾ ਜਾਂ ਏਜੰਡਾ ਲੋਕਾਂ 'ਚ ਲੈ ਕੇ ਜਾਣਾ ਸਭ ਤੋਂ ਮਹੱਤਵਪੂਰਨ, ਜੀ ਤੋਂ ਪਾਰਟੀਆਂ ਟਲਦੀਆਂ ਜਾ ਰਹੀਆਂ ਨੇ। ਜੀ ਹਮੀਰ ਜੀ, ਸਾਲ 2022 'ਚ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ, ਤੇ ਗੱਲ ਕਰੀਏ ਤਾਂ ਦੂਜੇ ਪਾਸੇ ਜਿਹੜਾ ਹੈਗਾ ਓਮੀਕਰੋਨ ਵੀ ਬਹੁਤ ਵੱਧਦਾ ਜਾ ਰਿਹਾ, ਉਹਦੇ ਕੇਸ ਸਾਈ ਗਿਣਤੀ ਜਿਹੜੀ ਹੈਗੀ ਨਿੱਤ ਵੱਧਦੀ ਜਾ ਰਹੀ ਹੈ। ਤੇ ਸਿਆਸੀ ਪਾਰਟੀਆਂ ਜਿਹੜੀਆਂ ਆਪਣੀ ਸਰਗਰਮੀਆਂ ਤੇਜ਼ ਕਰ ਰਹੀਆਂ ਨੇ, ਵੱਡੀ ਵੱਡੀ ਚੋਣ ਰੈਲੀਆਂ ਕਰ ਰਹੀਆਂ ਨੇ। ਇਲਾਹਾਬਾਦ ਹਾਈ ਕੋਰਟ ਵੱਲੋਂ ਵੀ ਜਿਹੜੀ ਹੈਗੀ ਆ ਵੱਡੀ ਰੈਲੀਆਂ ਨੂੰ ਲੈ ਕੇ ਇੱਕ ਟਿੱਪਣੀ ਦਿੱਤੀ ਗਈ ਹੈ। ਅਸੀਂ ਸਾਰਾ ਜਾਣਨਾ ਚਾਹਾਂਗੇ ਕਿ ਇਹ 5 ਸੂਬਿਆਂ ਦੀ ਚੋਣ ਪ੍ਰਕਿਰਿਆ ਤੇ ਓਮੀਕਰੋਨ ਦਾ ਕੋਈ ਅਸਰ ਦੇਖਣ ਨੂੰ ਮਿਲ ਸਕਦਾ। ਔਰ ਜਿਹੜਾ ਹੁਣ ਵਰਤਾਂਤ ਬਣਾਇਆ ਜਾ ਰਿਹਾ ਉਹ ਤਾਂ ਲੱਗਦਾ ਕਿ ਮਿਲ ਸਕਦਾ, ਕਿਉਂਕਿ ਪਹਿਲਾਂ ਵੀ ਕਈ ਵਾਰ ਜਿਹੜੀਆਂ ਲੋਕਾਂ ਦੀਆਂ ਐਜੀਟੇਸ਼ਨਾਂ ਸੀ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਇਹਦਾ ਰੋਲ ਰਿਹਾ ਹੀ ਹੈ। ਸ਼ਾਹੀਨ ਬਾਗ ਦਾ ਮੋਰਚਾ ਉਦੋਂ ਉੱਠਿਆ, ਅਤੇ ਪਹਿਲੀਆਂ 5 ਰਾਜਾਂ ਦੀਆਂ ਚੋਣਾਂ ਜਿਹੜਾ ਵੈਸਟ ਬੰਗਾਲ ਸਮੇਤ ਪਾਰਟੀਸ਼ਨ ਆਪਣੀਆਂ ਵੱਡੀਆਂ ਰੈਲੀਆਂ ਕਰਦੇ ਰਹੇ, ਅਤੇ ਫਿਰ ਜਦ ਬਹੁਤ ਜ਼ਿਆਦਾ ਰੌਲਾ ਪੈ ਗਿਆ ਫਿਰ ਲਾਸਟ 'ਚ ਜਾ ਕੇ ਛੋਟੀਆਂ ਰੈਲੀਆਂ ਜਿਹੜੀਆਂ ਔਨਲਾਈਨ ਕੀਤੀਆਂ। ਹੁਣ ਇਲਾਹਾਬਾਦ ਹਾਈ ਕੋਰਟ ਦੇ ਅੱਜ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਯੂਪੀ 'ਚ ਜਿਹੜੀਆਂ ਵੱਡੀਆਂ ਰੈਲੀਆਂ ਤੁਸੀਂ ਕਰ ਰਹੇ ਹੋ ਇਹਨੂੰ ਘਟਾਓ, ਕਿਉਂਕਿ ਜੇ ਖਤਰਾ ਤੇ ਉਸ ਪੱਧਰ ਦੇ ਉੱਤੇ ਆ ਜਾਂਦਾ। ਪਰ ਸਰਕਾਰਾਂ ਦਾ ਐਟੀਚਿਊਡ ਕਈ ਵਾਰ ਆਪੋ ਆਪਣੀ ਪੋਲੀਟਿਕਸ 'ਚੋਂ ਤੈਅ ਹੁੰਦਾ, ਨਾ ਕਿ ਲੋਕਾਂ ਦੇ ਪੱਖ ਤੋਂ। ਜੀ ਬਿਲਕੁਲ। ਉਸ ਤੋਂ ਤੈਅ ਨਹੀਂ ਹੁੰਦਾ ਕਿ ਜੀ, ਕਿਉਂਕਿ ਚੋਣ ਜਿੱਤਣੀ ਉਹਨਾਂ ਲਈ ਸਭ ਤੋਂ ਨੰਬਰ 1 ਏਜੰਡਾ ਬਣ ਗਿਆ। ਲੋਕ ਕੀ ਕਰਦੇ ਨੇ ਕੀ ਨਹੀਂ ਕਰਦੇ ਸੈਕੰਡਰੀ ਮੁੱਦਾ ਬਣ ਗਿਆ। ਜੇ ਵਾਕਈ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਵੱਡਾ ਸੀਰੀਅਸ ਮੁੱਦਾ, ਇਹਦੇ ਨਾਲ ਲੋਕਾਂ ਦੇ ਜਾਨਾਂ ਦਾ ਸਵਾਲ ਹੈ, ਤਾਂ ਜੇ ਐਟੀਚਿਊਡ ਸਰਕਾਰਾਂ ਦਾ ਦੇਖਿਆ ਜਾਵੇ, ਉਹ ਤਾਂ ਫਿਰ ਤੁਸੀਂ ਉਹਦੇ 'ਤੇ ਲੋਕਾਂ ਨੂੰ ਤਾਂ ਬੰਦ ਕਰ ਦਿੰਦੇ ਹੋ। ਬੰਦ ਕਰਕੇ ਆਪਦਾ ਲੋਕਾਂ ਦੇ ਜਿਹੜਾ ਲੋਕਾਂ ਨੂੰ ਨਹੀਂ ਪਸੰਦ ਉਹ ਕਾਨੂੰਨ ਵੀ ਬਣਾਈ ਜਾਂਦੇ ਹੋ, ਉਹ ਗੱਲਾਂ ਵੀ ਕਰੀ ਜਾਂਦੇ ਹੋ, ਆਰਡੀਨੈਂਸ ਕਾਨੂੰਨ। ਹੋਰ ਇੰਨਾ 1 ਸਾਲ ਜਿਹੜਾ ਇੰਨਾ ਐਨਰਜੀ ਅਤੇ ਇੰਨੀਆਂ ਜਾਨਾਂ ਗਈਆਂ ਅਤੇ ਇੰਨਾ ਲੋਕਾਂ ਨੇ ਕਸ਼ਟ ਸਹਿ ਹੈ,
ਉਹ ਕਾਹਦੇ 'ਚ ਗਿਆ? ਕਿਉਂਕਿ ਕਰੋਨਾ ਦਾ ਫਾਇਦਾ ਉਠਾ ਕੇ ਤੁਸੀਂ ਜੀ 3 ਖੇਤੀ ਜਿਹੜੇ ਆਰਡੀਨੈਂਸ ਜਾਰੀ ਕਰਦੇ ਬਿਲਕੁਲ। ਤੇ ਬਾਕੀ ਵੀ ਇਹ ਕਰਦੇ ਹੋ। ਇਸ ਲਈ ਸਰਕਾਰਾਂ ਨੂੰ ਲੋਕਾਂ ਨੂੰ ਨਾਲ ਲੈ ਕੇ ਲੋਕਾਂ 'ਚ ਚਰਚਾ ਦੇ ਨਾਲ ਫੈਸਲੇ ਲੈਣੇ ਚਾਹੀਦੇ ਨੇ, ਔਰ ਉਹ ਚਰਚਾ ਦੇ ਮੁਤਾਬਕ ਹੀ ਲੋਕ ਤੁਹਾਨੂੰ ਸਪੋਰਟ ਕਰ ਸਕਦੇ ਨੇ। ਨਹੀਂ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਬਿਲਕੁਲ ਕਿ ਇਹਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਗੱਲਾਂ ਦਾ ਤੁਸੀਂ ਸਟੇਟ ਨੂੰ ਆਪਣੀ ਨੂੰ ਮਜ਼ਬੂਤ ਕਰ ਰਹੇ ਹੋ। ਔਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਿਪੈਂਡ ਕਰੂਗਾ ਸਰਕਾਰਾਂ 'ਤੇ ਕਿ ਉਹਨਾਂ ਨੂੰ ਫਾਇਦਾ ਲੱਗਦਾ ਇਹਦਾ ਕਿ ਨਹੀਂ। ਮੇਰਾ ਖਿਆਲ ਹੈ ਉਹਦੇ ਮੁਤਾਬਕ ਫੈਸਲਾ ਕਰਨਗੀਆਂ। ਬਹੁਤੀਆਂ ਜ਼ਿਆਦਾ ਅੱਜ ਕੱਲ੍ਹ ਸਰਕਾਰਾਂ ਦਿਖਾਈ ਦੇ ਰਹੀਆਂ ਨੇ, ਉਹਨਾਂ ਕੋਰਟ ਦਾ ਕੁਛ ਬਹੁਤਾ ਪ੍ਰਵਾਹ ਕਰਦੀਆਂ ਨੇ, ਨਾ ਕਿਸੇ ਹੋਰ ਸੰਵਿਧਾਨਕ ਸੰਸਥਾਵਾਂ ਦਾ। ਇਹ ਵੀ ਸਾਡੀ ਜਮਹੂਰੀਅਤ ਦੇ ਰਾਹ 'ਚ ਬਹੁਤ ਬੜਾ ਇੱਕ ਰੋਡ ਹੈ, ਇਹਦੇ 'ਤੇ ਵੀ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।